सत श्री अकाल जी। तुसीं प्राइम मिनिस्टर टैलीविजन देख रहे हो। दोस्तों मैं हाँ स्वर्ण सिंह टैणा ਤੇ हर रोज़ की तरह ही प्रोग्राम खबर की खबर लैके हाजिर हाँ। पहली वड्डी खबर के वाले जाण तो पहलां पंजाब के मौसम की हाल बयानी। बहुत गर्मी है पंजाब के लंघे कल 46 डिग्री तक तापमान हो गया। गुआढ़ी सूबे हरियाणे के 47 डिग्री तक तापमान हो गया। राजस्थान के बाड़मेर खेत्र के 48 डिग्री तो पार हो गया। यानी कि यह है कि राजस्थान के 49 साढ़े 49 ਜਾਂ 50 डिग्री तक होने की आस है। तो पंजाब ਦੇ ਵਿੱਚ जो कुछ ਅਸੀਂ 1.5 ਮਹੀਨਾ ਪਹਿਲਾਂ ਕਹਿੰਦੇ ਸੀ ਵੀ ਐਤਕੀ ਤਾਪਮਾਨ ਬੇਹੱਦ ਹੋਣਾ ਤੇ 47 48 डिग्री आम हो जाना तापमान, ਮੈਨੂੰ ਲੱਗਦਾ ਵੀ ਅਸੀਂ 1 डिग्री ਪਿੱਛੇ ਹਾਂ ਤੋਂ 46 ਤੱਕ ਪਹੁੰਚ ਗਏ ਹਾਂ। 47 48 ਹੋਣ ਦੇ ਵਿੱਚ ਕਿਹੜਾ ਕੋਈ ਬਹੁਤ ਸਮਾਂ ਲੱਗਣਾ। ਸੋ ਲੱਗਦਾ ਇਹ ਜੀ ਕਿ ਐਤਕੀ ਗਰਮੀ ਹੋਰ ਜਿਹੜੀ ਪਈ ਆ ਜਾਂ ਜਿਹੜੀ ਹੋਰ ਪੈਣੀ ਆ ਇਹ ਹੋਰ ਲੋਕਾਂ ਨੂੰ ਤੰਗ ਕਰੂਗੀ। ਪੰਜਾਬ ਦੇ ਵਿੱਚ ਇਸ ਵੇਲੇ ਲੂ ਵਗ ਰਹੀ ਹੈ। ਪੰਜਾਬ ਦੇ ਵਿੱਚ ਮੋਟਰਸਾਈਕਲ ਤੇ 2 ਪਹੀਆ ਵਾਹਨਾਂ ਦੇ ਉੱਤੇ ਨਿਕਲਣਾ ਇਉਂ ਲੱਗਦਾ ਵੀ ਜਿਵੇਂ ਅੱਗ ਦੇ ਦਰਿਆ ਵਿੱਚੋਂ ਨਿਕਲਦੇ ਹੋਈਏ। ਤੇ ਮੈਂ ਹਰ ਵਾਰ ਹੀ ਸਲਾਮ ਕਰਦਾ ਉਹਨਾਂ ਲੋਕਾਂ ਨੂੰ ਤੇ ਕਰਨੀ ਵੀ ਬਣਦੀ ਆ। ਸਾਡੀ ਸਮੁੱਚੀ ਟੀਮ ਸਲਾਮ ਕਰਦੀ ਉਹਨਾਂ ਲੋਕਾਂ ਨੂੰ ਜਿਹੜੇ ਇਸ ਤਾਪਮਾਨ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਦੇ ਆ, ਜਿਹੜੇ ਇਸ ਤਾਪਮਾਨ ਦੇ ਵਿੱਚ ਰਿਕਸ਼ਾ ਚਲਾਉਂਦੇ ਆ, ਜਿਹੜੇ ਇਸ ਤਾਪਮਾਨ ਦੇ ਵਿੱਚ ਪੈੜ ਦੇ ਉੱਤੇ ਖੜ ਕੇ ਉਸਾਰੀ ਦਾ ਕੰਮ ਕਰਦੇ ਆ, ਜਿਹੜੇ ਇਸ ਤਾਪਮਾਨ ਦੇ ਵਿੱਚ ਸੜਕਾਂ ਦੇ ਕੰਢਿਆਂ ਦੇ ਉੱਤੇ ਖੜ ਕੇ ਫੁੱਟਪਾਥਾਂ ਦੇ ਉੱਤੇ ਖੜ ਕੇ ਰੇਹੜੀਆਂ ਲਾਉਂਦੇ ਆ। ਬਹੁਤ ਮਿਹਨਤ ਵਾਲਾ ਕੰਮ ਆ। ਜਦੋਂ ਸਰੀਰਕ ਜ਼ੋਰ ਵੀ ਲੱਗਦਾ ਹੋਵੇ ਤੇ ਉੱਤੇ ਸਿਰ ਦੇ 46 डिग्री ਧੁੱਪ ਪੈਂਦੀ ਹੋਵੇ ਤਾਂ ਸਮਝ ਸਕਦੇ ਹਾਂ ਵੀ ਗਿੱਚੀ ਤੋਂ ਲੈ ਕੇ ਤੇ ਗਿੱਟਿਆਂ ਤੱਕ ਮੁੜਕਾ ਜਦੋਂ ਚੁੰਦਾ ਬੰਦੇ ਦਾ ਕੀ ਹਾਲ ਹੁੰਦਾ ਹੋਊਗਾ। ਸਲਾਮ ਉਹਨਾਂ ਲੋਕਾਂ ਨੂੰ। ਪਹਿਲੀ ਜਿਹੜੀ ਵੱਡੀ ਖਬਰ ਹੈ ਉਹ ਹੈਗੀ ਹੈ ਬਿਜਲੀ ਚੋਰੀ ਨਾਲ ਸੰਬੰਧਿਤ। ਪੰਜਾਬ ਦੇ ਵਿੱਚ ਬਿਜਲੀ ਬਹੁਤ ਚੋਰੀ ਹੁੰਦੀ ਹੈ। ਆਮ ਲੋਕ ਹੀ ਨਹੀਂ, ਖਾਸ ਲੋਕ ਵੀ ਚੋਰੀ ਕਰਦੇ ਆ। ਆਮ ਲੋਕ ਤਾਂ ਆਪਾਂ ਕਹਿ ਦਿੰਦੇ ਵੀ ਭਾਈ ਇਹਨੇ ਕੁੰਡੀ ਲਾ ਲਈ, ਇਹਨੇ ਚਲੋ 500 ਦੀ ਚੋਰੀ ਕਰ ਲਈ ਹੋਣੀ। ਹਾਲਾਂਕਿ ਚੋਰੀ ਤਾਂ 1 ਰੁਪਈਏ ਦੀ ਵੀ ਮਾੜੀ ਕਰਨੀ ਨਹੀਂ ਚਾਹੀਦੀ। ਆਪਾਂ ਕਹਿ ਦਿੰਦੇ ਜੀ ਕਿ ਫਲਾਣਾ ਮੋਟਰ ਚਲਾਈ ਜਾਂਦਾ ਘਰ ਦੇ ਵਿੱਚ ਜਾਂ ਫਲਾਣਾ ਆਪਣਾ ਏਸੀ ਚਲਾਈ ਜਾਂਦਾ, ਪਰ ਇਹ ਥਾਣਿਆਂ ਦੇ ਵਿੱਚ ਵੀ ਕੁੰਡੀ ਲੱਗ ਰਹੀ ਹੈ, ਡੇਰਿਆਂ ਦੇ ਵਿੱਚ ਵੀ ਕੁੰਡੀ ਲੱਗ ਰਹੀ ਹੈ, ਵੱਡੇ ਵੱਡੇ ਅਧਿਕਾਰੀਆਂ ਦੀਆਂ ਕੋਠੀਆਂ ਤੇ ਦਫ਼ਤਰਾਂ ਦੇ ਵਿੱਚ ਵੀ ਕੁੰਡੀ ਲੱਗ ਰਹੀ ਹੈ। ਜਿਹਦਾ ਜਿੱਥੇ ਸੂਤ ਲੱਗਦਾ ਰਗੜਾ ਲਾਈ ਤੁਰੀ ਆਉਂਦਾ। ਤੇ ਪੰਜਾਬ ਦੇ ਵਿੱਚ 1200 ਕਰੋੜ ਰੁਪਏ ਦੀ 1 ਸਾਲ ਦੇ ਵਿੱਚ ਬਿਜਲੀ ਚੋਰੀ ਹੋ ਜਾਂਦੀ ਹੈ। 1200 ਕਰੋੜ ਰੁਪਏ ਦੀ। ਇਹਨਾਂ ਨੂੰ ਇਹ ਲੱਗਦਾ ਵੀ ਲੈ 1200 ਕਰੋੜ ਦੀ ਕਿੱਥੇ ਹੁੰਦੀ ਹੋਊਗੀ, ਪਰ ਜੇਕਰ ਆਪਾਂ ਅੰਕੜਾ ਦੇਖੀਏ ਤਾਂ ਪਤਾ ਲੱਗ ਜਾਂਦਾ ਵੀ 1200 ਕਰੋੜ ਰੁਪਏ ਨੂੰ ਥੁੱਕ ਲਾ ਦਿੰਦੇ ਆ ਸਾਡੇ ਲੋਕ। ਤੇ ਉਹ ਵੀ ਉਹ ਲੋਕ ਆ ਜਿਹੜੇ ਕਿ ਸਰਦੇ ਪੁੱਜਦੇ ਆ। ਤਰਨਤਾਰਨ ਦੇ ਵਿੱਚ ਭਿੱਖੀਵਿੰਡ ਖੇਤਰ ਦੇ ਅੰਦਰ ਇੱਕ ਬਹੁਤ ਵੱਡਾ ਡੇਰਾ, ਚਲੋ ਮੈਂ ਨਾਂ ਨਹੀਂ ਲੈਂਦਾ ਉਸ ਡੇਰੇ ਦਾ, ਉਸ ਡੇਰੇ ਦੇ ਵਿੱਚ ਸਿੱਧੀ ਕੁੰਡੀ ਲਾ ਕੇ ਆਪਦਾ ਟਰਾਂਸਫਾਰਮਰ ਰੱਖ ਕੇ ਡੇਰੇ ਨੂੰ ਬਿਜਲੀ ਸਪਲਾਈ ਕੁੰਡੀਆਂ ਦੇ ਰਾਹੀਂ ਕੀਤੀ ਜਾ ਰਹੀ ਸੀ। ਤੇ ਉੱਥੇ ਏਸੀ ਪਤਾ ਕਿੰਨੇ ਚੱਲਦੇ? 17, ਪੱਖੇ ਚੱਲਦੇ 60 65, ਗੀਜ਼ਰ ਚੱਲਦੇ ਆ 18 19 ਜਦੋਂ ਸਿਆਲ ਹੁੰਦੇ ਆ। ਤੇ ਉੱਥੇ ਇਸ ਤਰੀਕੇ ਨਾਲ ਕੂਲਰ ਚੱਲਦੇ ਆ ਤੇ ਉੱਥੇ ਬੱਲਬ ਆ ਜਿਹੜੇ ਉਹ ਸੈਂਕੜਿਆਂ ਦੀ ਗਿਣਤੀ ਵਿੱਚ ਚੱਲਦੇ ਆ। ਸੋ ਕਹਿਣ ਦਾ ਭਾਵ ਇਹ ਹੈ ਜੀ ਕਿ ਇੱਦਾਂ ਡੇਰਿਆਂ ਦੇ ਵਿੱਚ ਵੀ ਹੁੰਦਾ। ਸਾਰੇ ਡੇਰੇ ਇੱਕੋ ਜਿਹੇ ਨਹੀਂ ਹੋਣੇ, ਪਰ ਜਿੱਥੇ ਸੂਤ ਲੱਗਦਾ ਜਿਹਦਾ ਉਹ ਉੱਥੇ ਹੱਥ ਪੱਲਾ ਮਾਰੀ ਜਾਂਦਾ। ਦੁੱਖ ਹੁੰਦਾ ਇਸ ਗੱਲ ਦੇ ਉੱਤੇ। ਤੇ ਅਗਲੀ ਗੱਲ ਇਹ ਹੈ ਵੀ ਜਿਹੜੀ ਇਮਾਨਦਾਰ ਲੋਕ ਆ ਉਹਨਾਂ ਦੇ ਉੱਤੇ ਰਾਜਨੀਤੀ ਛਿੜੀ ਆ ਵੀ ਇਹਨੂੰ 300 ਯੂਨਿਟ ਕਿਵੇਂ ਬਿਜਲੀ ਦੇਣੀ ਹੈ, ਇੱਧਰ ਕੱਟ ਲਾ ਦੇਣਾ, ਜੇਕਰ ਇਹਦੀਆਂ ਯੂਨਿਟਾਂ ਵੱਧ ਗਈਆਂ ਤਾਂ ਫਿਰ ਇਹਨੂੰ ਪਿਛਲਾ ਬਿੱਲ ਵੀ ਦੇਣਾ ਪਊਗਾ। ਪਰ ਜਿਹੜੇ ਲੋਕ ਇੱਦਾਂ ਕੁੰਡੀ ਦਰ ਕੁੰਡੀ ਲਾਈ ਜਾਂਦੇ ਆ, ਸਰਕਾਰ ਨੇ ਉਹਨਾਂ ਦਾ ਹਾਲੇ ਤੱਕ ਕੁਝ ਵਿਗਾੜਿਆ ਨਹੀਂ। ਪਰ ਭਗਵੰਤ ਮਾਨ ਸਰਕਾਰ ਦੇ ਵੱਲੋਂ ਕੁੰਡੀ ਫੜੋ ਮੁਹਿੰਮ ਵੀ ਹੁਣ ਚਲਾਉਣ ਦੀ ਗੱਲ ਕੀਤੀ ਗਈ ਹੈ। ਹੁਣ ਇਹ ਗੱਲ ਕਹੀ ਗਈ ਆ ਪਾਵਰਕਾਮ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ, ਬਾਕੀ ਸਾਰੇ ਮੁਲਾਜ਼ਮਾਂ ਨੂੰ ਵੀ ਭਾਈ ਖਿੱਚ ਕੇ ਰੱਖੋ ਤੇ ਜਿਹੜਾ ਵੀ ਬੰਦਾ ਕੁੰਡੀ ਲਾਉਂਦਾ ਫੜਿਆ ਜਾਂਦਾ ਉਹਦੇ ਖਿਲਾਫ ਸਖਤੀ ਵਰਤੀ ਜਾਵੇ। ਤੇ ਇਹ ਵੀ ਗੱਲ ਕਹੀ ਗਈ ਹੈ ਕਿ ਬਿਜਲੀ ਚੋਰੀ ਕਰਨ ਵਾਲਿਆਂ ਦੇ ਬਾਰੇ ਸ਼ਿਕਾਇਤ ਆ ਜਿਹੜੀ ਉਹ ਇਸ ਨੰਬਰ ਦੇ ਉੱਤੇ ਦਿੱਤੀ ਜਾਵੇ। ਹੁਣ ਉਹ ਸ਼ਿਕਾਇਤ ਕਰਨ ਵਾਸਤੇ ਨੰਬਰ ਜਾਰੀ ਕਰ ਦਿੱਤਾ ਗਿਆ ਵੀ ਇਸ ਨੰਬਰ ਦੇ ਉੱਤੇ ਸ਼ਿਕਾਇਤ ਕੀਤੀ ਜਾਵੇ। ਤੇ ਬਹੁਤ ਸਾਰੀਆਂ ਸ਼ਿਕਾਇਤਾਂ ਜਾਣਗੀਆਂ। ਇਹ ਗੱਲ ਸੱਚੀ ਹੈ ਕਿਉਂਕਿ ਗਵਾਂਢੀ ਨੂੰ ਗਵਾਂਢੀ ਦਾ ਪਤਾ ਹੀ ਹੁੰਦਾ ਵੀ ਕੁੰਡੀ ਲਾਉਂਦਾ ਤੇ ਕਿਸੇ ਨਾ ਕਿਸੇ ਗੱਲੋਂ ਮਨ ਮਿਟਾਵ ਵੀ ਹੁੰਦਾ ਹੀ ਅੰਦਰੋਂ, ਉੱਤੋਂ ਭਾਵੇਂ ਬੋਲਦੇ ਹੋਈਏ। ਤੇ ਫਿਰ ਹੁਣ ਸ਼ਿਕਾਇਤਾਂ ਦੇ ਬਹੁਤ ਵੱਡੇ ਅੰਬਾਰ ਲੱਗ ਜਾਣੇ ਆ। ਪਰ ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਹੁਣ ਜਦੋਂ ਤਾਪਮਾਨ ਇੱਕਦਮ ਬੇਹੱਦ ਵੱਧ ਗਿਆ ਤਾਂ 1,15,000 ਦੇ ਕਰੀਬ ਬਿਜਲੀ ਦਾ ਮੀਟਰ ਆ ਜਿਹੜਾ ਉਹ ਮਹਿਕਮੇ ਨੂੰ ਬਦਲਣ ਵਾਸਤੇ ਲੋਕਾਂ ਨੇ ਅਰਜ਼ੀਆਂ ਦਿੱਤੀਆਂ। ਇਹ ਇੱਕਦਮ ਮੀਟਰ ਕਿਉਂ ਖਰਾਬ ਹੋਏ? ਹੁਣ ਸਵਾਲ ਇਹ ਪੈਦਾ ਹੁੰਦਾ ਕਿਉਂਕਿ ਪਹਿਲਾਂ ਲੋਕਾਂ ਦੇ ਘਰਾਂ ਦੇ ਵਿੱਚ ਮੀਟਰ ਲੱਗੇ ਹੋਏ ਸੀ। ਕਿਸੇ ਨੇ ਪ੍ਰਛੱਤੀ 'ਚ ਮੀਟਰ ਲਵਾਇਆ ਸੀ, ਕਿਸੇ ਨੇ ਪਸ਼ੂਆਂ ਵਾਲੇ ਕੋਠੇ 'ਚ ਲਵਾਇਆ ਸੀ, ਕਿਸੇ ਨੇ ਗੁਸਲਖਾਨੇ 'ਚ ਵੀ ਲਵਾਇਆ ਸੀ, ਕਿਸੇ ਨੇ ਬੈਠਕ 'ਚ ਵੀ ਲਵਾਇਆ ਸੀ, ਕਿਸੇ ਨੇ ਰਸੋਈ 'ਚ ਵੀ ਲਵਾਇਆ ਸੀ। ਮਤਲਬ ਇਹ ਆ ਵੀ ਛਾਂ ਥੱਲੇ ਸੀ, ਛੱਤ ਦੇ ਥੱਲੇ ਮੀਟਰ ਸੀ। ਪਰ ਹੁਣ ਜਿਹੜੇ ਉਹ ਮੀਟਰ ਆ ਉਹ ਬਾਹਰ ਕੱਢ ਕੇ ਲਾ ਦਿੱਤੇ ਗਏ ਆ। ਇੱਕ ਇੱਕ ਖੰਭੇ ਦੇ ਉੱਤੇ 10-10 ਮੀਟਰ ਟੰਗੇ ਹੋਏ ਆ। ਇੱਕ ਇੱਕ ਥਾਂ ਦੇ ਉੱਤੇ ਬਕਸਾ ਜਿਹਾ ਕੱਢ ਕੇ ਤੇ ਉੱਤੇ 15-15 20-20 ਘਰਾਂ ਦੇ ਇਕੱਠੇ ਮੀਟਰ ਲਾਏ ਗਏ ਆ। ਜਿਹਦੇ ਕਰਕੇ ਹੁਣ ਛੱਤ ਕੋਈ ਨਹੀਂ, ਉੱਥੇ ਸਿੱਧੀ ਧੁੱਪ ਪੈਂਦੀ ਆ, ਸਿੱਧੀ ਤਪਸ਼ ਪੈਂਦੀ ਹੈ। ਤੇ ਜਦੋਂ 42 ਡਿਗਰੀ ਤੋਂ ਉੱਤੇ ਤਾਪਮਾਨ ਹੋ ਜਾਂਦਾ ਹੈ ਤਾਂ ਬਿਜਲੀ ਦੇ ਮੀਟਰ ਵਿਚਲੀ ਚਿੱਪ ਆ ਜਿਹੜੀ ਉਹ ਖਰਾਬ ਹੋ ਜਾਂਦੀ ਹੈ, ਜਿਹਦੇ ਕਰਕੇ 1,15,000 ਮੀਟਰ ਹੁਣ ਬਦਲਣ ਦੀ ਜ਼ਰੂਰਤ ਪੈ ਗਈ ਹੈ। ਮਹਿਕਮੇ ਦੇ ਕੋਲੇ ਇੰਨਾ ਬਜਟ ਥੋੜ੍ਹੀ ਹੈ ਵੀ ਭਾਈ ਉਹ ਹੁਣ ਬਦਲ ਦੂਗਾ। ਇਸ ਕਰਕੇ ਆਨਾਕਾਨੀ ਜੀ ਚਾਰੇ ਪਾਸੇ ਚੱਲ ਰਹੀ ਹੈ।
ਕਦੇ ਇਧਰੋਂ ਐ ਕਰਤਾ, ਕਦੇ ਇਧਰੋਂ ਕੱਟ ਕੇ ਤਾਰ ਲਾਤੀ, ਕਦੇ ਇਧਰੋਂ ਕੱਟ ਕੇ ਲਾਤੀ। ਇਦਾਂ ਦਾ ਕੰਮ ਕਰਕੇ ਬੁੱਤਾ ਹਾਲ ਦੀ ਘੜੀ ਸਾਰਿਆ ਜਾ ਰਿਹਾ। ਬਾਕੀ ਬਿਜਲੀ ਮਹਿਕਮਾ ਜਿਹੜਾ ਉਹ ਇਹ ਗੱਲ ਕਹਿ ਰਿਹਾ ਜੀ ਕਿ ਅਸੀਂ ਪੂਰੀ ਬਿਜਲੀ ਦੇਵਾਂਗੇ। ਕੱਟ ਪੰਜਾਬ ਦੇ ਵਿੱਚ ਭਾਵੇਂ ਲੱਗ ਰਹੇ ਆ, ਪਰ ਕਹਿੰਦੇ ਵੀ ਕਿਸਾਨਾਂ ਵਾਸਤੇ ਬਿਜਲੀ ਟਣਾ ਟਣ ਅਸੀਂ ਪੂਰੀ ਬਿਜਲੀ ਦੇਣੀ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਖੇਤਰ ਦੇ ਵਿੱਚ ਸੁਧਾਰਾਂ ਵਾਸਤੇ ਕੁੰਡੀ ਹਟਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਦੇ ਵਿੱਚ ਹਰ ਵਾਰੀ ਔਸਤ 1200 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ। ਭਗਵੰਤ ਮਾਨ ਨੇ ਪਾਵਰਕਾਮ ਨੂੰ ਬਿਜਲੀ ਚੋਰੀ ਰੋਕਣ ਲਈ ਫੌਰੀ ਤੌਰ ਦੇ ਉੱਤੇ ਸਖਤ ਕਦਮ ਚੁੱਕਣ ਦੀ ਹਦਾਇਤ ਕੀਤੀ ਹੈ। ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਆਮ ਆਦਮੀ ਪਾਰਟੀ ਦੀ ਇਹ ਨਵੀਂ ਮੁਹਿੰਮ ਵੀ ਸਾਹਮਣੇ ਆ ਗਈ ਹੈ। ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਦੇ ਖੇਤਰ ਦੇ ਵਿੱਚ ਡੇਰੇ ਦੇ ਵਿੱਚ ਚੱਲ ਰਹੀ ਕੁੰਡੀ ਫੜੀ ਹੈ, ਜਿੱਥੇ ਪ੍ਰਾਈਵੇਟ ਟਰਾਂਸਫਾਰਮਰ ਰੱਖ ਕੇ ਸਿੱਧੀ ਵੱਡੀ ਲਾਈਨ ਤੋਂ ਕੁੰਡੀ ਪਾਈ ਹੋਈ ਸੀ। ਇਹਦੇ ਨਾਲ ਡੇਰੇ ਦੇ ਵਿੱਚ 17 ਏਸੀ, 7 ਗੀਜ਼ਰ, 4 ਮੋਟਰਾਂ, 196 ਬਲਬ ਤੇ 67 ਪੱਖੇ ਫੜੇ ਗਏ ਆ। ਪਾਵਰਕਾਮ ਨੇ ਅੱਜ ਇਸ ਡੇਰੇ ਨੂੰ 26 ਲੱਖ ਰੁਪਏ ਦਾ ਨੋਟਿਸ ਭੇਜਿਆ ਤੇ ਇਸ ਤੋਂ ਇਲਾਵਾ ਹੁਣ ਸਾਰੇ ਹੀ ਮਹਿਕਮਿਆਂ ਨੂੰ ਇਹ ਗੱਲ ਕਹੀ ਗਈ ਆ ਕਿ ਭਾਈ ਆਪਣਾ ਬਿੱਲ ਵੇਲੇ ਸਿਰ ਜਮ੍ਹਾਂ ਕਰਵਾਓ। ਇਸ ਗੱਲ ਦੇ ਉੱਤੇ ਪਤਾ ਲੱਗਾ ਕਿ ਮੁੱਖ ਮੰਤਰੀ ਖਾਸੇ ਖਫਾ ਹੋਏ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਰੇ ਹੀ ਪੁਲਿਸ ਥਾਣਿਆਂ ਦੇ ਵਿੱਚ ਤੁਰੰਤ ਬਿਜਲੀ ਦੇ ਮੀਟਰ ਲਾਏ ਜਾਣ ਤੇ ਪੁਲਿਸ ਲੋਕਾਂ ਲਈ ਪਹਿਲਾਂ ਖੁਦ ਉਦਾਹਰਨ ਬਣੇ। ਮੀਟਿੰਗ ਦੇ ਵਿੱਚ ਇਹ ਵੀ ਮੁੱਦਾ ਉੱਠਿਆ ਕਿ ਖੇਤਾਂ ਦੇ ਵਿੱਚ ਲੱਗੇ ਟਰਾਂਸਫਾਰਮਰਾਂ ਦੇ ਵਿੱਚੋਂ ਤੇਲ ਚੋਰੀ ਹੋ ਰਿਹਾ, ਜਿਹਨੂੰ ਰੋਕਣ ਵਾਸਤੇ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ। ਪਤਾ ਲੱਗਾ ਕਿ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਬਿਜਲੀ ਚੋਰੀ ਰੋਕਣ ਵਾਸਤੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਲੰਘੇ 2 ਦਿਨ ਦੌਰਾਨ ਪਾਵਰਕਾਮ ਨੇ ਪਟਿਆਲਾ ਤੇ ਲੁਧਿਆਣਾ ਵਿੱਚ ਪੁਲਿਸ ਦੇ 3 ਥਾਣੇਦਾਰ ਵੀ ਬਿਜਲੀ ਚੋਰੀ ਕਰਦੇ ਫੜੇ ਨੇ। ਪਾਵਰਕਾਮ ਨੇ ਹੁਣ ਬਿਜਲੀ ਚੋਰੀ ਰੋਕਣ ਦੇ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਬਿਜਲੀ ਚੋਰੀ ਦੀ ਸੂਚਨਾ ਦੇਣ ਦੇ ਲਈ ਪਾਵਰਕਾਮ ਨੇ ਕੰਟਰੋਲ ਰੂਮ ਦਾ WhatsApp ਨੰਬਰ 96461 75770 ਜਾਰੀ ਕਰ ਦਿੱਤਾ ਹੈ ਤੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖਣ ਦੀ ਗੱਲ ਵੀ ਕਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਮਾਨਦਾਰੀ ਹਰ ਬੰਦੇ ਦੀ ਜ਼ਿੰਦਗੀ ਦਾ ਅੰਗ ਹੋਣੀ ਚਾਹੀਦੀ ਹੈ ਤੇ ਬਿਜਲੀ ਚੋਰੀ ਨਹੀਂ ਕਰਨੀ ਚਾਹੀਦੀ। ਬਿਜਲੀ ਹੀ ਕੀ, ਕੁਝ ਵੀ ਨਹੀਂ ਚੋਰੀ ਕਰਨਾ ਚਾਹੀਦਾ। ਚੋਰੀ ਭਾਵੇਂ ਕੱਖ ਦੀ ਹੋਵੇ ਤੇ ਭਾਵੇਂ ਲੱਖ ਦੀ ਹੋਵੇ, ਇਹ ਸਾਡੇ ਬਜ਼ੁਰਗ ਸਮਝਾਉਂਦੇ ਰਹੇ ਆ, ਪਰ ਲੋਕ ਹਟਦੇ ਵੀ ਨਹੀਂ। ਲੋਕ ਜਿੱਥੇ ਹੱਥ ਪੈਂਦਾ, ਜਿੰਨਾ ਕੁ ਹੱਥ ਪੈਂਦਾ, ਉਹ ਸਰਦੇ ਪੁੱਜਦੇ ਵੀ ਕੁੰਡੀ ਲਾਉਂਦੇ ਆ। ਹੁਣ ਗੱਲ ਇਹ ਆ ਵੀ ਪੁਲਿਸ ਥਾਣਿਆਂ ਦੇ ਵਿੱਚ ਵੀ ਜਦੋਂ ਕੁੰਡੀਆਂ ਲੱਗਦੀਆਂ ਹੋਣ ਤੇ ਫਿਰ ਪੁਲਿਸ ਕਿਸ ਤਰੀਕੇ ਦੇ ਨਾਲ ਕੁੰਡੀਆਂ ਲਾਉਣ ਵਾਲਿਆਂ ਦੇ ਉੱਤੇ ਕਾਰਵਾਈ ਕਰੂਗੀ। ਮਹਿਕਮੇ ਦੇ ਕਹਿਣ ਦੇ ਉੱਤੇ ਬਿਜਲੀ ਮਹਿਕਮਾ ਕਹੂ ਜੀ ਕਿ ਇਹਨਾਂ ਨੇ ਚੋਰੀ ਕੀਤੀ, ਇਹਨਾਂ ਦੇ ਉੱਤੇ ਪਰਚਾ ਦਰਜ ਹੋਵੇ ਜਾਂ ਇਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਹੋਵੇ, ਤੇ ਪੁਲਿਸ ਮੁਲਾਜ਼ਮ ਕਿਵੇਂ ਉਹਨਾਂ ਦੇ ਉੱਤੇ ਕਾਰਵਾਈ ਕਰਨਗੇ, ਕਿਉਂਕਿ ਉਹ ਤਾਂ ਆਪ ਕੁੰਡੀਆਂ ਕਈ ਲਾਉਂਦੇ, ਸਾਰੇ ਇੱਕੋ ਜਿਹੇ ਨਹੀਂ। ਪਰ ਇਸ ਤੋਂ ਪਹਿਲਾਂ ਵੀ ਬੜੇ ਮੰਤਰੀਆਂ ਦੇ ਬਾਰੇ ਖਬਰਾਂ ਆਉਂਦੀਆਂ ਰਹੀਆਂ। ਤੁਹਾਨੂੰ ਯਾਦ ਹੋਣਾ ਕਿ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਸੀਨੀਅਰ ਆਗੂ ਜਿਨ੍ਹਾਂ ਦੀ ਪਿੱਛੇ ਜੇ ਮੌਤ ਹੋ ਗਈ ਸੀ, ਉਹਨਾਂ ਦੀਆਂ ਕੁੰਡੀਆਂ ਜਿਹੜੀਆਂ ਉਹ ਫੜੀਆਂ ਗਈਆਂ ਸੀ ਤੇ ਉਹਨਾਂ ਨੇ ਬਿਜਲੀ ਦਾ ਲੰਮੇ ਸਮੇਂ ਤੋਂ ਬਿੱਲ ਨਹੀਂ ਸੀ ਜਮ੍ਹਾਂ ਕਰਵਾਇਆ ਤੇ ਉਹਨਾਂ ਦਾ ਲੱਖਾਂ ਰੁਪਏ ਦਾ ਬਿੱਲ ਖੜਾ ਸੀ। ਇਵੇਂ ਕੁਝ ਕਾਂਗਰਸੀ ਆਗੂਆਂ ਦਾ ਵੀ ਸਮੇਂ ਦੇ ਉੱਤੇ ਖੜਾ ਰਿਹਾ ਬਿੱਲ। ਪਰ ਅਗਲੀ ਗੱਲ ਇਹ ਆ ਵੀ ਕਈ ਵਾਰ ਨਾ ਇਸ ਗੱਲ ਤੇ ਚੁਟਕਲੇ ਬਣ ਜਾਂਦੇ ਆ। ਉਹ ਮੱਧ ਪ੍ਰਦੇਸ਼ ਤੋਂ ਖਬਰ ਆਈ ਇੱਕ ਵੇਲੇ, ਕਹਿੰਦੇ ਵੀ ਇੱਕ ਵਾਰ ਇੱਕ ਲਾਈਨਮੈਨ ਆ ਜਿਹੜਾ, ਉਹ ਕੋਈ ਬਿਜਲੀ ਠੀਕ ਕਰਕੇ ਤੇ ਆਪਦਾ ਦਫ਼ਤਰ ਨੂੰ ਵਾਪਸ ਜਾ ਰਿਹਾ ਸੀ। ਰਾਹ ਦੇ ਵਿੱਚ ਪੁਲਿਸ ਦਾ ਨਾਕਾ ਲੱਗਾ ਸੀ। ਪੁਲਿਸ ਵਾਲਿਆਂ ਨੇ ਕਿਹਾ ਵੀ ਤੇਰਾ ਹੈਲਮਟ ਕਿੱਥੇ ਆ? ਉਹਨੇ ਬੇਨਤੀ ਕੀਤੀ, ਕਹਿੰਦੇ ਜੀ ਅੱਜ ਮੈਂ ਹੈਲਮਟ ਭੁੱਲਿਆ ਆ, ਮੈਂ ਸਾਰਾ ਦਿਨ ਖੰਭੇ ਦੇ ਉੱਤੇ ਚੜ੍ਹਿਆ ਰਿਹਾ, ਬੇਨਤੀ ਮੇਰੀ ਹੈ ਜੀ ਕਿ ਮੈਨੂੰ ਜਾਣ ਦਿੱਤਾ ਜਾਵੇ, ਮੈਂ ਅੱਗੇ ਤੋਂ ਖਿਆਲ ਰੱਖੂੰ। ਪਰ ਪੁਲਿਸ ਮੁਲਾਜ਼ਮ ਕਹਿੰਦੇ ਨਾ, ਅਸੂਲ ਹੀ ਹੈ। ਉਹਨੂੰ 700-800 ਰੁਪਏ ਦਾ ਚਲਾਨ ਕੱਟ ਕੇ ਹੱਥ ਦੇ ਵਿੱਚ ਫੜਾਤਾ। ਉਹ ਲਾਈਨਮੈਨ ਸਿੱਧਾ ਗਿਆ ਆਪਣੇ ਦਫ਼ਤਰ ਦੇ ਵਿੱਚ, ਆਪਦੇ ਸਾਥੀਆਂ ਨੂੰ ਸਾਰੀ ਕਹਾਣੀ ਦੱਸੀ। ਸਾਰੇ ਸਾਥੀ ਇਕੱਠੇ ਹੋ ਕੇ ਥਾਣੇ 'ਚ ਚਲੇ ਗਏ। ਥਾਣਾ ਚੱਲਦਾ ਸੀ ਕੁੰਡੀਆਂ ਦੇ ਸਿਰ ਤੇ। ਉਹਨਾਂ ਨੇ ਸਾਰੀਆਂ ਕੁੰਡੀਆਂ ਕੱਟਤੀਆਂ। ਉਹਨਾਂ ਨੇ ਉੱਥੇ ਬਿਜਲੀ ਦਾ ਜਿਹੜਾ ਕਨੈਕਸ਼ਨ ਆ ਉਹ ਕੱਟਤਾ ਤੇ ਕਹਿੰਦੇ ਜੀ ਜੇਕਰ ਤੁਹਾਡੇ ਅਸੂਲ ਆ, ਸਾਡੇ ਵੀ ਅਸੂਲ ਆ। ਅਸੂਲ ਹੀ ਹੁੰਦੇ ਆ। ਮਤਲਬ ਇਹ ਆ ਵੀ ਹੁਣ ਤੱਕ ਸਾਰੇ ਹੀ ਮਹਿਕਮੇ ਘੱਟ ਜਾਂ ਵੱਧ ਕਾਣੇ ਰਹੇ ਆ। ਆਮ ਲੋਕ ਤਾਂ ਚਲੋ ਹੈ ਹੀ ਆ, ਕੁਝ ਕਰਦੇ ਹੀ ਆ, ਉਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ। ਪਰ ਜਿਹੜੇ ਵੱਡੇ ਮਹਿਕਮੇ ਆ, ਜਿਨ੍ਹਾਂ ਤੋਂ ਆਸ ਕਰਦੇ ਵੀ ਇਹ ਨਿਗਰਾਨੀ ਕਰਨਗੇ, ਉਹਨਾਂ ਨੂੰ ਵੀ ਨਹੀਂ ਇਹ ਸਾਰਾ ਕੁਝ ਕਰਨਾ ਚਾਹੀਦਾ। ਸੋ ਪੰਜਾਬ ਦੇ ਵਿੱਚ ਬਿਜਲੀ ਸਸਤੀ ਹੋਵੇ, ਮੈਂ ਕਦੇ ਵੀ ਮੁਫਤ ਬਿਜਲੀ ਦੇ ਹੱਕ ਦੇ ਵਿੱਚ ਨਹੀਂ। ਪੰਜਾਬ ਦੇ ਵਿੱਚ ਬਿਜਲੀ ਸਸਤੀ ਹੋਣੀ ਚਾਹੀਦੀ ਹੈ, ਆਮ ਲੋਕਾਂ ਦੀ ਪਹੁੰਚ ਦੇ ਵਿੱਚ ਹੋਣੀ ਚਾਹੀਦੀ ਹੈ। ਮੁਫਤ ਦੇ ਵਿੱਚ ਬਿਲਕੁਲ ਨਹੀਂ ਮਿਲਣੀ ਚਾਹੀਦੀ, ਕਿਉਂਕਿ ਮੁਫਤ ਦੇ ਵਿੱਚ ਤੁਸੀਂ ਕਿਸੇ ਨੂੰ ਅਖਬਾਰ ਵੀ ਪੜ੍ਹਨ ਵਾਸਤੇ ਦੇ ਦਿਓ, ਬੰਦਾ ਅਖਬਾਰ ਵੀ ਨਹੀਂ ਪੜ੍ਹਦਾ। ਕਿਸੇ ਨੂੰ ਕਿਤਾਬ ਵੀ ਦੇ ਦਿਓ, ਬੰਦਾ ਕਿਤਾਬ ਵੀ ਨਹੀਂ ਪੜ੍ਹਦਾ। ਮੁਫਤ ਦੇ ਵਿੱਚ ਮਿਲੀ ਚੀਜ਼ ਦੀ ਕਦਰ ਨਹੀਂ ਹੁੰਦੀ। ਪਰ ਗੱਲ ਇਹ ਆ ਵੀ ਜੇਕਰ ਸਸਤੀ ਕਰ ਦਿੱਤੀ ਜਾਵੇ ਚੀਜ਼, ਹਰ ਬੰਦੇ ਦੀ ਪਹੁੰਚ ਦੇ ਵਿੱਚ ਹੋਵੇ, ਤਾਂ ਬੰਦਾ ਉਹਦੀ ਕਦਰ ਵੀ ਕਰਦਾ, ਉਹਨੂੰ ਸੰਭਲ ਕੇ ਵਰਤਦਾ। ਬਿਜਲੀ ਸਸਤੀ ਹੋਵੇ, ਮੁਫਤ ਦੇ ਵਿੱਚ ਨਾ ਹੋਵੇ, ਤੇ ਕੁੰਡੀਆਂ ਲਾਉਣ ਵਾਲੇ ਲੋਕਾਂ ਨੂੰ ਪੁੱਠੇ ਟੰਗਿਆ ਜਾਵੇ। ਪੁੱਠੇ ਟੰਗਿਆ ਜਾਵੇ ਤਾਂ ਭਾਵੇਂ ਵੀ ਜੁਰਮਾਨੇ ਮੋਟੇ ਲੱਗਣ, ਉਹਨਾਂ ਨੂੰ ਪਤਾ ਲੱਗੇ ਵੀ ਭਾਈ ਅਸੀਂ ਗਲਤ ਕੰਮ ਕਰਦੇ ਰਹੇ ਹਾਂ। ਆਮ ਬੰਦਾ ਮਾਤੜ ਜੇਕਰ 2 ਬਲਬ ਜਗਾਉਂਦਾ ਤਾਂ ਉਹਨੂੰ 51,000 ਰੁਪਏ ਦਾ ਕਈ ਵਾਰੀ ਬਿੱਲ ਆ ਜਾਂਦਾ। ਜੁੱਤੀਆਂ ਉਹਦੀਆਂ ਘਸ ਜਾਂਦੀਆਂ ਮਹਿਕਮੇ ਦੇ ਵਿੱਚ ਕਿ ਮੈਂ ਤਾਂ ਭਾਈ 2 ਬਲਬ ਹੀ ਜਗਾਉਣਾ, ਮੇਰੇ ਕੋਲ ਤਾਂ ਫਰਿੱਜ ਵੀ ਹੈ ਨਹੀਂ, ਮੇਰੇ ਕੋਲ ਤਾਂ ਏਸੀ ਵੀ ਹੈ ਨਹੀਂ, ਮੇਰੇ ਕੋਲ ਤਾਂ ਕੂਲਰ ਵੀ ਹੈ ਨਹੀਂ। ਮਹਿਕਮਾ ਆਪਦੀ ਗਲਤੀ ਵਾਸਤੇ ਤੰਗ ਦੂਜਿਆਂ ਨੂੰ ਕਰਨ ਲੱਗ ਪੈਂਦਾ। ਪਰ ਹੁਣ ਜ਼ਰੂਰਤ ਹੈ ਵੀ ਮਹਿਕਮਾ ਸਹੀ ਤਰੀਕੇ ਦੇ ਨਾਲ ਕਾਰਵਾਈ ਕਰੇ, ਆਪ ਵੀ ਸਹੀ ਹੋਵੇ ਤੇ ਬਿਜਲੀ ਮਹਿਕਮੇ ਦੇ ਕਰਮਚਾਰੀ ਆਪ ਵੀ ਸਹੀ ਹੋਣ। ਤੇ ਇੱਕ ਬੇਨਤੀ ਹੋਰ ਕਰਨੀ ਬਣਦੀ ਹੈ,
ਪਾਵਰਕਾਮ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੀਆਂ ਅਸਾਮੀਆਂ ਭਰਨ ਵਾਲੀਆਂ ਮੇਰੇ ਕਈ ਜਾਣਕਾਰ ਸਾਥੀ ਇਹੋ ਜਿਹੇ ਆ ਜਿਨ੍ਹਾਂ ਨੇ ਅੱਗੇ ਜਿਵੇਂ ਕਿ ਪਟਵਾਰੀਆਂ ਨੇ ਆਪਣੇ ਸਾਥੀ ਸਹਾਇਕ ਰੱਖੇ ਹੁੰਦੇ ਆ ਆਪਣੇ ਖਰਚੇ ਦੇ ਉੱਤੇ, ਉਹਨਾਂ ਨੇ ਉਸ ਤਰੀਕੇ ਦੇ ਨਾਲ ਆਪਣੇ ਸਾਥੀ ਰੱਖੇ। ਉਹ ਕਹਿੰਦੇ ਜੀ ਕਿ ਮੈਂ ਇੱਕ ਖੇਤਰ ਦੇ ਵਿੱਚ ਇੱਕ ਸਰਕਲ ਦੇ ਵਿੱਚ ਕਿੰਨੀਆਂ ਕੁ ਬਿਜਲੀ ਦੀਆਂ ਸ਼ਿਕਾਇਤਾਂ ਦੂਰ ਕਰ ਦੂੰ। ਇਸ ਕਰਕੇ ਮਜਬੂਰੀ ਦੇ ਵਿੱਚ ਸਾਨੂੰ ਆਪਦੇ ਬੰਦੇ ਰੱਖਣੇ ਪੈਂਦੇ ਆ। ਭਰਤੀਆਂ ਵੀ ਭਾਈ ਪੂਰੀਆਂ ਕਰੋ, ਜਿਹੜੇ ਮਹਿਕਮਿਆਂ ਦੇ ਵਿੱਚ ਜਿਹੜੀਆਂ ਅਸਾਮੀਆਂ ਖਾਲੀ ਆ ਉਹ ਭਰਤੀਆਂ ਕਰੋ, ਤੇ ਫਿਰ ਆਪਾਂ ਕਹਿਣ ਜੋਗੇ ਹੋਵਾਂਗੇ ਵੀ ਹੁਣ ਸਾਰਾ ਕੁਝ ਠੀਕ ਹੋ ਰਿਹਾ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਰੱਸਾਕਸ਼ੀ ਚੱਲ ਰਹੀ ਹੈ, ਉਹਦੇ ਉੱਤੇ ਕਈ ਵਾਰ ਹਾਸਾ ਵੀ ਆਉਂਦਾ, ਕਈ ਵਾਰ ਮਨ ਦੇ ਵਿੱਚ ਸਵਾਲ ਵੀ ਖੜੇ ਹੁੰਦੇ ਵੀ ਯਾਰ ਹੁਣੇ ਚੋਣਾਂ ਹੋ ਕੇ ਹਟੀਆਂ ਤੇ ਅਗਲੀਆਂ ਚੋਣਾਂ ਦੀ ਤਿਆਰੀ ਹੁਣੇ ਤੋਂ ਜਾਰੀ ਹੈ। ਹਾਲਾਂਕਿ ਲੋਕਾਂ ਦੇ ਮਸਲੇ ਅਗਲੇ ਵਰ੍ਹਿਆਂ ਤੱਕ ਜਾਰੀ ਰਹਿਣ ਹੱਲ ਕਰਨ ਦੇ ਲਈ ਇਹਦੀ ਤਾਂ ਅਸੀਂ ਕਾਮਨਾ ਕਰਦੇ ਹਾਂ, ਪਰ ਰਾਜਨੀਤਿਕ ਲੋਕ ਇਹ ਗੱਲ ਕਹਿੰਦੇ ਜੀ ਕਿ ਅਸੀਂ 2024 ਦੀਆਂ ਚੋਣਾਂ 'ਚ ਫਤਿਹ ਹਾਸਲ ਕਰ ਲੈਣੀ ਆ। ਕੋਈ ਕਹਿੰਦਾ ਸੰਗਰੂਰ ਦੀ ਲੋਕ ਸਭਾ ਸੀਟ ਅਸੀਂ ਜਿੱਤ ਕੇ ਦਿਖਾ ਦੇਣੀ ਆ, ਕੋਈ ਕਹਿੰਦਾ ਐਂ ਹੋ ਨਹੀਂ ਸਕਣਾ, ਕੋਈ ਕਹਿੰਦਾ 4 ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਅਸੀਂ ਜਿੱਤ ਹਾਸਲ ਕਰਕੇ ਦਿਖਾਵਾਂਗੇ ਇਸੇ ਵਰੇ। ਸੋ ਇੱਦਾਂ ਦੀਆਂ ਗੱਲਾਂ ਚੱਲ ਰਹੀਆਂ, ਪਰ ਬੀਜੇਪੀ ਦੇ ਵੱਲੋਂ ਅੱਜ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਜਾ ਰਹੀ ਹੈ ਲੁਧਿਆਣੇ ਦੇ ਵਿੱਚ। ਕਹਿੰਦੇ ਵੀ 2024 ਦੇ ਵਿੱਚ ਕੋਕੇ ਜੜ ਦੇਣੀ ਕੋਕੇ। ਬੀਜੇਪੀ ਦੇ ਆਗੂ ਜਿਹੜੇ ਕਿ ਕੇਂਦਰ ਦੇ ਨਾਲ ਸੰਬੰਧਿਤ ਹੈ ਉਹ ਲੁਧਿਆਣੇ ਦੇ ਵਿੱਚ ਆ ਰਹੇ ਆ। ਉਹਨਾਂ ਦੇ ਵੱਲੋਂ ਆ ਕੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕੀਤਾ ਜਾਣਾ ਵੀ ਭਾਈ ਬੀਜੇਪੀ ਹੈ ਤਾਂ ਫਿਰ ਸਾਰਾ ਕੁਝ ਹੀ ਹੈ। ਸੋ ਕੀ ਬਣੂਗਾ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਦਾ? ਤੇ ਸਭ ਤੋਂ ਵੱਡਾ ਸਵਾਲ ਇਹ ਹੈ, ਕੁਝ ਕੁ ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਲੋਕ ਸਭਾ ਦੀ ਚੋਣ ਹੋਣੀ ਆ ਜ਼ਿਮਨੀ। ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਚੋਣਾਂ ਹੋਣਗੀਆਂ, ਜਿੱਥੇ ਕੋਈ ਜਿੱਤ ਗਿਆ ਜਾਂ ਜਿਹਨੇ ਅਹੁਦਾ ਛੱਡਤਾ ਜਾਂ ਜਿਹਦੀ ਕੋਈ ਮੌਤ ਹੋ ਗਈ ਜਾਂ ਕੋਈ ਹੋਰ ਕਾਰਨ ਬਣ ਗਿਆ, ਜ਼ਿਮਨੀ ਚੋਣਾਂ ਹੁੰਦੀਆਂ। ਇਹ ਜਿਹੜੀ ਸੰਗਰੂਰ ਵਾਲੀ ਸੀਟ ਖਾਲੀ ਹੋਈ ਆ ਭਗਵੰਤ ਮਾਨ ਦੇ ਮੁੱਖ ਮੰਤਰੀ ਬਣ ਜਾਣ ਦੇ ਕਰਕੇ, ਵਿਧਾਨ ਸਭਾ ਦਾ ਮੈਂਬਰ ਬਣਨ ਦੇ ਕਰਕੇ ਇੱਥੇ ਜ਼ਿਮਨੀ ਚੋਣ ਹੋਣੀ ਆ। ਆਮ ਆਦਮੀ ਪਾਰਟੀ ਦੇ ਕਈ ਚਿਹਰੇ ਤਿਆਰ ਬਰ ਤਿਆਰ ਆ। ਬੀਜੇਪੀ ਇਹ ਗੱਲ ਕਹਿੰਦੀ ਵੀ ਅਸੀਂ ਪੂਰਾ ਤਾਣ ਲਾ ਦੇਣਾ, ਇਕੱਲੇ ਹੀ ਚੋਣ ਲੜਾਂਗੇ ਕੈਪਟਨ ਤੋਂ ਬਿਨਾਂ। ਕੈਪਟਨ ਸਾਹਿਬ ਇਸ ਵੇਲੇ ਇਕੱਲੇ ਜੇ ਬੈਠੇ, ਇਕੱਲੇ ਕਹਿ ਰਹੇ। ਉਧਰੋਂ ਰਾਜਾ ਵੜਿੰਗ ਸਾਹਿਬ ਇਹ ਗੱਲ ਕਹਿੰਦੇ ਆ ਕਿ ਮੈਨੂੰ ਇਹ ਲੱਗਦਾ ਵੀ ਇਹ ਸੀਟ ਐਤਕੀ ਕਾਂਗਰਸ ਨੇ ਜਿੱਤ ਲੈਣੀ ਆ। ਹੁਣ ਜੋ ਉਹਨਾਂ ਨੂੰ ਲੱਗ ਰਿਹਾ ਵੜਿੰਗ ਸਾਹਿਬ ਨੂੰ, ਉਹ ਸਹੀ ਸਾਬਤ ਹੋਊ ਜਾਂ ਨਹੀਂ ਹੋਊ ਇਹ ਵਕਤ ਬਿਆਨ ਕਰੂਗਾ। ਪਰ ਇਹ ਆ ਕਿ ਲੋਕ ਸਭਾ ਦੀ ਜ਼ਿਮਨੀ ਚੋਣ ਵਾਸਤੇ ਤਿਆਰੀ ਹੁਣੇ ਤੋਂ ਖਿੱਚੀ ਬੈਠੇ ਆ। ਪਰ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਵੀ ਜਿਹੜੀਆਂ ਸਥਾਨਕ ਚੋਣਾਂ ਹੁੰਦੀਆਂ ਜਾਂ ਜਿਹੜੀ ਕੋਈ ਜ਼ਿਮਨੀ ਚੋਣ ਹੋਵੇ ਜਿਹੜੇ ਸੂਬੇ ਦੇ ਵਿੱਚ, ਉੱਥੇ ਉਹ ਸੱਤਾਧਾਰੀ ਧਿਰ ਦੇ ਹਿੱਸੇ ਦੇ ਵਿੱਚ ਆਉਣ ਦੀ ਸੰਭਾਵਨਾ ਵੱਧ ਹੁੰਦੀ ਆ। ਐਤਕੀ ਕੀ ਬਣੂਗਾ ਕੁਝ ਕਹਿ ਨਹੀਂ ਸਕਦੇ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਬੀਜੇਪੀ ਕੀ ਚਾਹੁੰਦੀ ਆ ਪੰਜਾਬ ਦੇ ਵਿੱਚ, ਭਾਰਤੀ ਜਨਤਾ ਪਾਰਟੀ ਦਾ ਕੀ ਮਿਸ਼ਨ ਆ ਪੰਜਾਬ ਦੇ ਵਿੱਚ, 2024 ਦੇ ਵਿੱਚ ਪੰਜਾਬ ਜਿੱਤਣਾ ਕਿੰਨਾ ਕੁ ਜ਼ਰੂਰੀ ਆ, ਇਹਦੇ ਬਾਬਤ ਪਹਿਲਾਂ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਨੇ। ਹਾਲ ਹੀ ਦੇ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਦੇ ਵੋਟ ਬੈਂਕ ਦੇ ਵਿੱਚ ਕੁਝ ਵਾਧਾ ਹੋਇਆ। ਭਾਜਪਾ ਵਰਕਰਾਂ ਦੇ ਵਿੱਚ ਜੋਸ਼ ਭਰਨ ਤੇ ਆਗਾਮੀ ਨਿਗਮ ਚੋਣਾਂ ਦੇ ਨਾਲ 2024 ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਹੁਣੇ ਤੋਂ ਹੀ ਤਿਆਰੀਆਂ ਖਿੱਚਣ ਦੇ ਲਈ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ JP ਨੱਡਾ ਸ਼ਨੀਵਾਰ ਨੂੰ ਲੁਧਿਆਣੇ ਦੇ ਵਿੱਚ ਪਹੁੰਚ ਰਹੇ ਨੇ। ਉਹਨਾਂ ਦਾ ਮਕਸਦ ਹੈ ਕਿ ਪੰਜਾਬ ਦੇ ਵਰਕਰਾਂ ਨੂੰ ਵਿਜ਼ਨ ਤੋਂ ਵਾਕਫ ਕਰਵਾਇਆ ਜਾਵੇ ਤੇ ਨਾਲ ਉਹਨਾਂ ਦੇ ਅੰਦਰ ਉਤਸ਼ਾਹ ਵੀ ਭਰਿਆ ਜਾਵੇ। ਉਹ ਲੁਧਿਆਣਾ ਦੇ ਵਿੱਚ 4 ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣਗੇ। ਉਹ ਇੱਕ ਸੂਬਾ ਪੱਧਰੀ ਮੀਟਿੰਗ ਦੇ ਵਿੱਚ ਪੂਰੇ ਪੰਜਾਬ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਨਗੇ। ਇੱਕ ਹੋਟਲ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ। ਸ਼ਾਮ ਨੂੰ 3 ਵਜੇ ਦੇ ਕਰੀਬ ਕਾਰੋਬਾਰੀਆਂ ਦੇ ਨਾਲ ਵੀ ਉਹਨਾਂ ਨੇ ਮੀਟਿੰਗ ਕਰਨੀ ਹੈ, ਤਾਂ ਜੋ ਕਾਰੋਬਾਰੀਆਂ ਨਾਲ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਯੋਜਨਾਵਾਂ ਦਾ ਫੀਡਬੈਕ ਲਿਆ ਜਾ ਸਕੇ। ਕਈ ਰਾਸ਼ਟਰੀ ਨੇਤਾਵਾਂ ਤੇ ਸੂਬੇ ਦੇ ਅਹੁਦੇਦਾਰਾਂ ਨੂੰ ਅੱਜ ਲੁਧਿਆਣੇ ਦੇ ਵਿੱਚ ਮਿਲਿਆ ਜਾਣਾ। ਇਹਦੇ ਲਈ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਜ਼ੋਰਾਂ ਦੇ ਉੱਤੇ ਨੇ ਤੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਚੌਕਸੀ ਇਸ ਮੁਤਲਕ ਹੁਣੇ ਤੋਂ ਵਰਤ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਅਗਾਊਂ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕੀਤੀਆਂ ਗਈਆਂ, ਹਾਲੇ ਕਿ ਚੋਣਾਂ ਦੇ ਵਿੱਚ ਬਥੇਰਾ ਸਮਾਂ ਪਿਆ। ਹਾਲੇ ਅਸੀਂ 22 ਦੇ ਵਿੱਚੋਂ ਗੁਜ਼ਰ ਰਹੇ ਹਾਂ। 22 ਦੇ ਵੀ ਮੁੱਢਲੇ ਪੜਾਅ ਦੇ ਵਿੱਚ ਹੀ ਕਹਿ ਸਕਦੇ ਅੱਧ ਹਾਲੇ ਬੀਤਿਆ ਨਹੀਂ, ਪਰ ਉਹਨਾਂ ਦੇ ਵੱਲੋਂ ਅਗਲੀਆਂ ਤਿਆਰੀਆਂ ਜਿਹੜੀਆਂ ਉਹ ਹੁਣੇ ਤੋਂ ਸ਼ੁਰੂ ਕੀਤੀਆਂ ਗਈਆਂ। ਯਾਨੀ ਕਿ 2 ਸਾਲ ਬਾਅਦ ਜਿਹੜਾ ਪ੍ਰੋਗਰਾਮ ਆਉਣਾ ਚੋਣਾਂ ਦਾ, ਉਹਦੇ ਲਈ ਤਿਆਰੀਆਂ ਹੁਣੇ ਤੋਂ ਜਾਰੀ ਹੈ। ਪਰ ਇੱਕ ਗੱਲ ਜ਼ਰੂਰ ਸੋਚਣੀ ਬਣਦੀ ਹੈ ਜੀ ਕਿ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨਾ ਕਿੰਨਾ ਕੁ ਜ਼ਰੂਰੀ ਆ, ਕਿਹੜੀ ਪਾਰਟੀ ਦੇ ਲਈ ਕੀ ਕੁਝ ਹੋ ਸਕਦਾ ਹੈ। ਪੰਜਾਬ ਦੇ ਵਿੱਚ ਬੀਜੇਪੀ ਦਾ ਕੋਈ ਬਹੁਤਾ ਇਸ ਵੇਲੇ ਤੱਕ ਤਾਂ ਚਮਤਕਾਰ ਨਹੀਂ ਨਜ਼ਰ ਆ ਰਿਹਾ। ਭਵਿੱਖ ਦੇ ਵਿੱਚ ਹੋ ਸਕਦਾ ਬੀਜੇਪੀ ਇੱਕ ਬਹੁਤ ਵੱਡਾ ਬਦਲ ਬਣ ਕੇ ਸਾਹਮਣੇ ਆਵੇ, ਸੰਭਵ ਕੁਝ ਵੀ ਹੈ। ਪੰਜਾਬ ਦੇ ਵਿੱਚ ਕਾਂਗਰਸ ਦਾ ਕਿੰਨਾ ਮਾੜਾ ਹਾਲ ਹੋਇਆ, ਹੋ ਸਕਦਾ ਕਾਂਗਰਸ ਉਭਾਰ ਵੱਲ ਵਧੇ। ਅਕਾਲੀ ਦਲ ਦਾ ਕਿੰਨਾ ਬੁਰਾ ਹਾਲ ਹੋਇਆ, ਹੋ ਸਕਦਾ ਅਕਾਲੀ ਬਸਪਾ ਗੱਠਜੋੜ ਕੋਈ ਚਮਤਕਾਰ ਕਰਕੇ ਦਿਖਾਵੇ। ਇਹ ਵੀ ਹੋ ਸਕਦਾ ਵੀ ਆਮ ਆਦਮੀ ਪਾਰਟੀ ਕਿਸੇ ਦੇ ਪੈਰ ਲੱਗਣੀ ਨਾ ਦੇਵੇ ਜੇਕਰ ਉਹਨੇ ਕੰਮ ਚੰਗੇ ਕਰਤੇ 2 ਵਰ੍ਹਿਆਂ ਦੇ ਵਿੱਚ। ਪਰ ਜੇਕਰ ਉਹਦੇ ਕੋਲੋਂ ਗਲਤੀਆਂ ਹੋ ਗਈਆਂ ਤਾਂ ਹੋ ਸਕਦਾ ਆਮ ਆਦਮੀ ਪਾਰਟੀ ਦੇ ਆਪਦੇ ਪੈਰ ਨਾ ਲੱਗਣ। ਇਹ ਸਮੇਂ ਦੇ ਗਰਭ ਦੇ ਵਿੱਚ ਲੁਕੀਆਂ ਹੋਈਆਂ ਗੱਲਾਂ। ਪਰ ਗੱਲ ਇਹ ਜੀ ਕਿ ਜਿਹੜੀ ਸੰਗਰੂਰ ਦੀ ਸੀਟ ਆ,
ਇਹਦੇ ਵੱਲ ਨਿਗਾਹ ਪੰਜਾਬੀਆਂ ਦੀ ਟਿਕੀ ਰਹਿਣੀ ਹੈ, ਕਿਉਂਕਿ ਇਹ ਆਮ ਆਦਮੀ ਪਾਰਟੀ ਦੀ ਸੀਟ ਹੈ। ਆਮ ਆਦਮੀ ਪਾਰਟੀ ਦੀ ਪੂਰੇ ਭਾਰਤ ਦੇ ਵਿੱਚੋਂ ਸਿਰਫ ਇੱਕ ਸੀਟ ਆਈ ਸੀ, ਸਿਰਫ ਇੱਕ ਸੀਟ ਲੋਕ ਸਭਾ ਦੇ ਵਿੱਚ, ਉਹ ਸੰਗਰੂਰ ਵਾਲੀ ਸੀ ਭਗਵੰਤ ਮਾਨ ਦੇ ਕਰਕੇ। ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਭਗਵੰਤ ਮਾਨ ਆਪਣੇ ਬਲਬੂਤੇ ਤੇ ਇਹ ਸੀਟ ਜਿੱਤਿਆ। ਭਗਵੰਤ ਮਾਨ ਪਹਿਲੀ ਵਾਰ ਚਲੋ ਪਾਰਟੀ ਵੱਲੋਂ ਜਿੱਤਿਆ, ਤੇ ਜੇਕਰ ਪਾਰਟੀ ਵੱਲੋਂ ਜਿੱਤਣਾ ਹੁੰਦਾ ਤੇ ਫਿਰ ਦੁਬਾਰਾ ਵੀ ਕਿਤੇ ਨਾ ਕਿਤੇ ਸੀਟ ਕੋਈ ਹਾਸਲ ਕੀਤੀ ਜਾ ਸਕਦੀ ਸੀ, ਪਰ ਸਿਰਫ ਦੂਜੀ ਵਾਰ ਭਗਵੰਤ ਮਾਨ ਨੇ ਹੀ ਇਹ ਸੀਟ ਕਾਮਯਾਬ ਕੀਤੀ ਹੈ। ਸੋ ਇਸ ਕਰਕੇ ਇਸ ਸੀਟ ਦੇ ਵੱਲ ਵੱਧ ਖਿਆਲ ਟਿਕਿਆ ਰਹਿਣਾ। ਕਦੇ ਖਬਰ ਆਉਂਦੀ ਹੈ ਕਿ ਕਰਮਜੀਤ ਅਨਮੋਲ ਇਸ ਥਾਂ ਤੋਂ ਉਮੀਦਵਾਰ ਹੋ ਸਕਦੇ ਆ, ਕਦੇ ਕਿਸੇ ਹੋਰ ਕਲਾਕਾਰ ਸਾਥੀ ਦੀ ਖਬਰ ਆਉਂਦੀ ਹੈ। ਇਹ ਸਾਰੀਆਂ ਹਾਲੇ ਤੱਕ ਤਾਂ ਖਬਰਾਂ ਜਿਹੜੀਆਂ ਉਹ ਅਫਵਾਹ ਦੇ ਰੂਪ ਦੇ ਵਿੱਚ ਹੈ। ਇਹ ਕਿੰਨੀਆਂ ਕੁ ਸੱਚੀਆਂ ਸਾਬਤ ਹੋਣਗੀਆਂ ਇਹ ਸਮਾਂ ਦੱਸੂਗਾ। ਪਰ ਕੱਲ੍ਹ ਦੀ ਇੱਕ ਹੋਰ ਖਬਰ ਸਾਂਝੀ ਕਰਨੀ ਬਣਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸੰਬੋਧਨ ਹੁੰਦਿਆਂ ਕਿਹਾ, ਉਹ ਕਹਿੰਦੇ ਜੀ ਕਿ ਮੈਂ ਹੋਰ ਧਾਤੂ ਦਾ ਬਣਿਆ ਹੋਇਆ ਮਨੁੱਖ ਹਾਂ। ਮੈਂ 2 ਵਾਰ ਪ੍ਰਧਾਨ ਮੰਤਰੀ ਬਣ ਕੇ ਥੱਕਿਆ ਅੱਕਿਆ ਟੁੱਟਿਆ ਨਹੀਂ। ਮੈਂ ਬਹੁਤ ਸਾਰੇ ਭਾਰਤ ਦੇ ਲੋਕਾਂ ਨੇ ਮਸਲੇ ਹੱਲ ਕਰਨੇ ਤੇ ਬਹੁਤ ਸਾਰੇ ਕੀਤੇ ਤੇ ਕਰਾਂਗਾ ਵੀ। ਉਹ ਕਹਿੰਦੇ ਮੇਰੀ ਧਾਤੂ ਹੋਰ ਹੈ। ਬਹੁਤ ਵਧੀਆ ਗੱਲ ਹੈ, ਪ੍ਰਧਾਨ ਮੰਤਰੀ ਸਾਹਿਬ ਦੀ ਧਾਤੂ ਹੋਰ ਹੈ, ਪਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਰਤ ਦੇ ਲੋਕਾਂ ਦੀ ਉਹ ਧਾਤੂ ਨਹੀਂ ਆ। ਭਾਰਤ ਦੇ ਲੋਕ 105 ਰੁਪਏ ਲੀਟਰ ਪੈਟਰੋਲ ਲੈਣ ਪੰਜਾਬ ਦੇ ਵਿੱਚ ਰਹਿੰਦੇ ਹੋਏ ਇਹ ਇਸ ਧਾਤੂ ਦੇ ਨਹੀਂ ਬਣੇ। ਭਾਰਤ ਦੇ ਕਈ ਹਿੱਸਿਆਂ ਦੇ ਵਿੱਚ 110 115 ਰੁਪਏ ਲੀਟਰ ਪੈਟਰੋਲ ਹੋਇਆ। ਭਾਰਤ ਦੇ ਲੋਕਾਂ ਦੀ ਧਾਤੂ ਵੀ ਪਰਖੀ ਜਾਵੇ, ਗਰੀਬ ਬੰਦੇ ਦੀ ਧਾਤੂ ਵੀ ਪਰਖੋ ਕਿ ਉਹ ਇਸ ਧਾਤੂ ਜੋਗੇ ਹੈ ਕਿ ਨਹੀਂ, ਵੀ ਭਾਈ ਉਹ ਇੰਨੇ ਮਹਿੰਗੇ ਪੈਟਰੋਲ ਨੂੰ ਖਰੀਦ ਸਕਦੇ ਆ। ਭਾਰਤ ਦੇ ਲੋਕ ਇਹ ਵੀ ਚਾਹੁੰਦੇ ਜੀ ਕਿ ਸਾਨੂੰ 1100 ਰੁਪਏ ਸਿਲੰਡਰ ਨਾ ਮਿਲੇ, ਅਸੀਂ ਇਸ ਧਾਤੂ ਦੇ ਹਾਲੇ ਤੱਕ ਨਹੀਂ ਬਣੇ ਵੀ ਸਾਨੂੰ 1100 ਰੁਪਇਆ ਬਹੁਤਾ ਨਾ ਲੱਗੇ। ਸੋ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਦੇ ਲਈ ਮਹਿੰਗਾਈ ਦੇ ਉੱਤੇ ਕੱਟ ਮਾਰਨ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਇੱਕ ਵਾਰ ਭਾਰਤ ਜਿਹੜੀ ਚੀਜ਼ ਦੀ ਕੀਮਤ ਵੱਧ ਜਾਂਦੀ ਆ ਉਹ ਘਟਦੀ ਕਦੇ ਦੇਖੀ ਨਹੀਂ। ਹੋ ਸਕਦਾ ਆਉਂਦੇ ਸਮੇਂ 'ਚ ਕੋਈ ਚਮਤਕਾਰ ਹੋ ਜੇ। ਗੱਲ ਹੁਣ ਕਾਂਗਰਸ ਦੀ ਕਰਦੇ ਹਾਂ। ਕਾਂਗਰਸ ਚਿੰਤਨ ਕਰ ਰਹੀ ਹੈ। ਕਾਂਗਰਸ ਰਾਸ਼ਟਰੀ ਪੱਧਰ ਦੇ ਉੱਤੇ ਚਿੰਤਾ ਦੇ ਵਿੱਚ ਡੁੱਬੀ ਹੋਈ ਹੈ, ਜਾਂ ਕਹਿ ਲਈਏ ਐਨਾਲਿਸਿਸ ਕਰ ਰਹੀ ਹੈ। ਇਸ ਚਿੰਤਨ ਦੇ ਵਿੱਚ ਗੱਲ ਇਹ ਸਾਹਮਣੇ ਆਈ ਹੈ ਜੀ ਕਿ ਇੱਕ ਪਰਿਵਾਰ ਤੇ ਇੱਕ ਟਿਕਟ ਵਾਲਾ ਫਾਰਮੂਲਾ ਲਾਗੂ ਹੋਣਾ। ਵੈਸੇ ਫਾਰਮੂਲਾ ਪਹਿਲਾਂ ਵੀ ਕਈ ਵਾਰੀ ਲਾਗੂ ਹੁੰਦਾ ਅੱਧ ਵਿਚਾਲੇ ਦਮ ਤੋੜ ਗਿਆ। ਕੈਪਟਨ ਸਾਹਿਬ ਆਪ ਵਿਧਾਨ ਸਭਾ ਦੀ ਚੋਣ ਲੜਦੇ ਆ, ਧਰਮ ਪਤਨੀ ਲੋਕ ਸਭਾ ਦੀ ਮੈਂਬਰ। ਪੰਜਾਬ ਦੇ ਵਿੱਚ ਕਈ ਇਹੋ ਜਿਹੇ ਲੋਕ ਆ ਜਿਨ੍ਹਾਂ ਨੇ ਐਤਕੀ ਚੋਣ ਆਪ ਕਿਤੋਂ ਹੋਰ ਲੜੀ, ਧੀ ਪੁੱਤ ਨੇ, ਜਵਾਈ ਨੇ, ਭਰਾ ਨੇ ਕਿਸੇ ਹੋਰ ਥਾਂ ਤੋਂ ਲੜੀ, ਪਾਰਟੀ ਇੱਕੋ ਹੀ ਹੈ। ਯਾਨੀ ਕਿ ਇੱਕ ਟੱਬਰ ਇੱਕ ਟਿਕਟ ਵਾਲਾ ਫਾਰਮੂਲਾ ਐਤਕੀ ਵੀ ਮੂੰਹ ਚੜਾ ਕੇ ਗਿਆ। ਤੇ ਕਾਂਗਰਸ ਦੇ ਵਿੱਚ ਭਾਈ ਭਤੀਜਾਵਾਦ ਤੇ ਪਰਿਵਾਰਵਾਦ ਬਾਕੀ ਕਈ ਖੇਤਰੀ ਪਾਰਟੀਆਂ ਨੇ ਵਾਂਗੂ ਜਿਸ ਤਰੀਕੇ ਨਾਲ ਹੈ, ਇਹਦੇ ਬਾਰੇ ਆਪਾਂ ਜਾਣਦੇ ਹਾਂ। ਪਰ ਹੁਣ ਕਹਿੰਦੇ ਆ ਵੀ ਕਾਂਗਰਸ ਦੇ ਵਿੱਚ ਵੱਡੇ ਪੱਧਰ ਤੇ ਬਦਲਾਅ ਹੋਣ ਦੀ ਸੰਭਾਵਨਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਚਿੰਤਨ ਕੈਂਪ ਦੇ ਵਿੱਚ ਕਿਹੜੇ-ਕਿਹੜੇ ਵਿਚਾਰ ਕੀਤੇ ਗਏ ਆ, ਕੀ ਸੰਭਾਵਨਾਵਾਂ ਆਉਂਦੇ ਸਮੇਂ ਦੇ ਵਿੱਚ ਬਣਦੀਆਂ, ਤੇ ਫਿਰ ਕਰਾਂਗੇ ਟਿੱਪਣੀ। ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸੰਗਠਨ ਦਾ ਦਾਅ ਪੇਚ ਕੱਸਣਾ ਸ਼ੁਰੂ ਹੋ ਗਿਆ। ਇਸ ਕੜੀ ਦੇ ਵਿੱਚ ਰਾਜਸਥਾਨ ਦੇ ਉਦੈਪੁਰ ਦੇ ਵਿੱਚ 3 ਰੋਜ਼ਾ ਚਿੰਤਨ ਕੈਂਪ ਲਾਇਆ ਗਿਆ। ਉਦੈਪੁਰ ਚਿੰਤਨ ਸ਼ਿਵਰ ਦੌਰਾਨ ਕਾਂਗਰਸ ਨੇ ਸੰਗਠਨ ਬਦਲਣ ਦੇ ਲਈ ਕਈ ਵੱਡੇ ਫੈਸਲੇ ਲਏ ਨੇ। ਕਾਂਗਰਸ ਦੇ ਜਨਰਲ ਸਕੱਤਰ ਅਜੇ ਮਾਕਨ ਨੇ ਕਿਹਾ ਕਿ ਪਾਰਟੀ ਦੇ ਵਿੱਚ ਇੱਕ ਪਰਿਵਾਰ ਇੱਕ ਟਿਕਟ ਦੇ ਉੱਤੇ ਪੂਰੀ ਤਰ੍ਹਾਂ ਸਹਿਮਤੀ ਬਣੀ ਹੈ। ਉਹਨਾਂ ਨੇ ਸੰਮੇਲਨ ਤੋਂ ਬਾਅਦ ਪਾਰਟੀ ਵਿੱਚ ਵੱਡੇ ਸੰਗਠਨਾਤਮਕ ਬਦਲਾਅ ਦਾ ਵੀ ਇਸ਼ਾਰਾ ਕੀਤਾ। ਅਜੇ ਮਾਕਨ ਨੇ ਕਿਹਾ ਕਿ ਪੈਨਲ ਦੇ ਸਾਰੇ ਮੈਂਬਰ ਲਗਭਗ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨੇ ਕਿ ਇੱਕ ਪਰਿਵਾਰ ਦੇ ਇੱਕ ਹੀ ਮੈਂਬਰ ਨੂੰ ਟਿਕਟ ਦਿੱਤੀ ਜਾਵੇ। ਪਾਰਟੀ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਤਾਂ ਹੀ ਟਿਕਟ ਦੇ ਸਕਦੀ ਹੈ ਜੇਕਰ ਉਹਨੂੰ ਘੱਟੋ ਘੱਟ 5 ਸਾਲ ਸੰਗਠਨ ਦੇ ਵਿੱਚ ਕੰਮ ਦਾ ਤਜਰਬਾ ਹੋਵੇ। ਨਾਲ ਹੀ ਪਾਰਟੀ ਦਾ ਕੋਈ ਵੀ ਨੇਤਾ 5 ਸਾਲ ਤੋਂ ਵੱਧ ਸਮੇਂ ਦੇ ਲਈ ਕੋਈ ਅਹੁਦਾ ਨਹੀਂ ਸੰਭਾਲੇਗਾ। ਜੇਕਰ ਅਜਿਹੇ ਵਿਅਕਤੀ ਨੂੰ ਕਿਸੇ ਵੀ ਅਹੁਦੇ ਦੇ ਉੱਤੇ ਵਾਪਸ ਲਿਆਉਣਾ ਪਾਰਟੀ ਦੇ ਲਈ ਜ਼ਰੂਰੀ ਹੈ ਤਾਂ ਉਸ ਨੂੰ ਘੱਟੋ ਘੱਟ 3 ਸਾਲ ਦਾ ਕੂਲਿੰਗ ਪੀਰੀਅਡ ਹੋਣ ਦਾ ਲਾਜ਼ਮੀ ਹੋਵੇਗਾ। ਸੰਗਠਨ ਦੇ ਵਿੱਚ 50% ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਡੇ ਪੱਧਰ ਦੇ ਉੱਤੇ ਹੋਰ ਵੀ ਤਬਦੀਲੀਆਂ ਹੋ ਸਕਦੀਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਾਂਗਰਸ ਦੇ ਚਿੰਤਨ ਸ਼ਿਵਰ ਦੇ ਵਿੱਚ ਬਾਕੀ ਗੱਲਾਂ ਹੋ ਗਈਆਂ, ਪਰ ਐਂਡ ਦੇ ਉੱਤੇ ਇੱਕ ਹੋਰ ਗੱਲ ਕਹੀ ਗਈ ਹੈ। ਕਹਿੰਦੇ ਵੀ ਇੱਕ ਟੱਬਰ ਇੱਕ ਟਿਕਟ ਵਾਲਾ ਫਾਰਮੂਲਾ ਗਾਂਧੀ ਪਰਿਵਾਰ ਦੇ ਉੱਤੇ ਲਾਗੂ ਨਹੀਂ ਹੋਏਗਾ। ਮਤਲਬ ਇਹ ਆ ਵੀ ਉੱਥੇ ਭਾਵੇਂ ਇੱਕ ਟੱਬਰ ਦੇ ਵੱਲੋਂ ਸਾਰੇ ਥਾਵਾਂ 'ਤੇ ਚੋਣ ਲੜੀ ਜਾਵੇ, ਯਾਨੀ ਕਿ ਸੋਨੀਆ ਗਾਂਧੀ ਵੀ ਰਾਜ ਸਭਾ ਦੇ ਮੈਂਬਰ, ਲੋਕ ਸਭਾ ਦੇ ਮੈਂਬਰ, ਜਾਂ ਇੱਥੇ ਪ੍ਰਿਯੰਕਾ ਗਾਂਧੀ ਵੀ ਲੋਕ ਸਭਾ ਦੇ ਮੈਂਬਰ, ਉੱਧਰੋਂ ਰਾਹੁਲ ਗਾਂਧੀ ਵੀ ਲੋਕ ਸਭਾ ਦੇ ਮੈਂਬਰ। ਮਤਲਬ ਇਹ ਆ ਵੀ ਆਪਣੇ ਘਰ ਨੂੰ ਛੱਡ ਕੇ ਤੇ ਬਾਕੀ ਸਾਰਿਆਂ ਦੇ ਲਈ ਇਹ ਫਾਰਮੂਲਾ ਲਾਗੂ ਕਰਨਾ। ਕਾਂਗਰਸ ਕਿਹੜੀ ਥਾਂ ਦੇ ਉੱਤੇ ਪਹੁੰਚ ਗਈ ਤੇ ਕਿਹੜੀਆਂ ਗਲਤੀਆਂ ਕਰਕੇ ਪਹੁੰਚ ਗਈ, ਇਹ ਕਾਂਗਰਸ ਨੂੰ ਹਾਲੇ ਵੀ ਨਹੀਂ ਪਤਾ। ਕਾਂਗਰਸ ਦੇ ਵਿੱਚ ਨਵਾਂ ਨੇਤਾ ਪੈਦਾ ਹੀ ਨਹੀਂ ਹੋਣ ਦਿੱਤਾ ਜਾਂਦਾ। ਵੱਡੇ ਜਿਹੜੇ ਨੇਤਾ ਉਹ ਛੋਟੇ ਨੇਤਾਵਾਂ ਦੇ ਪੈਰ ਹੀ ਨਹੀਂ ਲੱਗਣ ਦਿੰਦੇ, ਤੇ ਇਸੇ ਕਰਕੇ ਕਾਂਗਰਸ ਦਾ ਅੱਜ ਇੰਨਾ ਬੁਰਾ ਹਾਲ ਹੋਇਆ। ਜਿੰਨੀ ਦੇਰ ਤੱਕ ਕਾਂਗਰਸ ਦੇ ਵਿੱਚ ਨਵਿਆਂ ਨੂੰ ਮੌਕਾ ਨਹੀਂ ਮਿਲਦਾ, ਇਮਾਨਦਾਰਾਂ ਨੂੰ ਮੌਕਾ ਨਹੀਂ ਮਿਲਦਾ, ਤੇ ਜਿਹੜੇ ਵੱਡੇ ਪੁਰਾਣੇ ਖੁੰਡ ਆ ਤੇ ਉਹ ਰਾਹ ਨਹੀਂ ਛੱਡਦੇ ਵੀ ਭਾਈ ਹੁਣ ਅਸੀਂ ਬਹੁਤ ਕੁਝ ਖਾ ਪੀ ਹੰਢਾ ਲਿਆ, ਨਵਿਆਂ ਨੂੰ ਮੌਕਾ ਦਿੰਦੇ ਆ, ਉਨੀ ਦੇਰ ਤੱਕ ਗੱਲ ਬਣਨੀ ਨਹੀਂ। ਜੇਕਰ ਕਾਂਗਰਸ ਇਹ ਚਾਹੁੰਦੀ ਹੈ ਕਿ ਭਾਰਤ ਦੇ ਵਿੱਚ ਸਾਡੇ ਦੁਬਾਰਾ ਫੇਰ ਪੈਰ ਪੱਕੇ ਹੋਣ
ਤਾਂ ਬਹੁਤ ਕੁਝ ਬਦਲਾਅ ਦੇ ਰੂਪ ਦੇ ਵਿੱਚ ਹੋਣਾ ਚਾਹੀਦਾ, ਪਰ ਉਸ ਬਦਲਾਅ ਦੀ ਸ਼ੁਰੂਆਤ ਘਰ ਤੋਂ ਹੀ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਬਾਕੀ ਸਾਰੇ ਪਾਸੇ ਬਦਲਾਅ ਤੇ ਆਪਣੇ ਘਰ ਦੇ ਵਿੱਚ ਬਦਲਾਅ ਛੱਡ ਲੈਣਾ। ਇਦਾਂ ਬਦਲਾਅ ਨੂੰ ਆਪਾਂ ਬਦਲਾਅ ਨਹੀਂ ਕਹਾਂਗੇ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।